हेलो, वेलकम टू बालाजी एजुकेशन पॉइंट। मैं आप सबका बालाजी एजुकेशन पॉइंट के प्राइवेट चैनल पे स्वागत करता हूं। बेसिकली गाइस, ਅੱਜ ਦਾ ਜਿਹੜਾ ਵੀਡੀਓ ਰਹੂਗਾ ਯੂਨੀਵਰਸਲ ਜੀਓਗ੍ਰਾਫੀ ਦੇ ਉੱਤੇ, ਬ੍ਰਹਿਮੰਡ ਭੂਗੋਲ ਦੇ ਉੱਤੇ। ਇਹ ਵੀਡੀਓ ਕਿਹੜੇ ਪੇਪਰ ਵਾਸਤੇ ਸਭ ਤੋਂ ਵਧੀਆ ਹੈ? ਪੀਐਸ ਟੈਟ। ਪੀਐਸ ਟੈਟ ਦਾ ਇੱਕ ਪੇਪਰ 2 ਹੁੰਦਾ ਹੈ। ਪੇਪਰ 2 ਦੇ ਵਿੱਚ 90% ਬੱਚਿਆਂ ਦਾ ਕੰਬੀਨੇਸ਼ਨ ਹੁੰਦਾ ਹੈ ਐਸਐਸਟੀ, ਜਿਹੜੀ ਕਿ 60 ਨੰਬਰ ਦੀ ਆਉਂਦੀ ਹੈ। ਉਹ 60 ਨੰਬਰ ਦੀ ਜਿਹੜੀ ਐਸਐਸਟੀ ਆਉਂਦੀ ਹੈ, ਉਹਦੇ ਵਿੱਚੋਂ 15 ਤੋਂ ਲੈ ਕੇ 20 ਨੰਬਰ ਦੀ ਕੱਲੀ ਜੀਓਗ੍ਰਾਫੀ ਆਉਂਦੀ ਹੈ। ਉਸ ਜੀਓਗ੍ਰਾਫੀ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਯੂਨੀਵਰਸਲ ਜੀਓਗ੍ਰਾਫੀ। ਇਸ ਤੋਂ ਇਲਾਵਾ ਪੀਐਸ ਟੈਟ ਦਾ ਜਿਹੜਾ ਪੇਪਰ 1 ਹੈ, ਪੀਐਸ ਟੈਟ ਦਾ ਜਿਹੜਾ ਪੇਪਰ 1 ਹੈ, ਉਹਦੇ ਵਿੱਚ 30 ਨੰਬਰ ਦੀ ਇਨਵਾਇਰਨਮੈਂਟ ਆਉਂਦੀ ਹੈ। ਇਨਵਾਇਰਨਮੈਂਟ ਦੇ ਵਿੱਚ ਵੀ ਯੂਨੀਵਰਸਲ ਜੀਓਗ੍ਰਾਫੀ ਦੇ ਕੁਝ ਕੁਐਸਚਨ ਪੁੱਛੇ ਗਏ ਨੇ। ਤਾਂ ਬੇਸਿਕਲੀ ਗਾਈਜ਼, ਅੱਜ ਦਾ ਇਹ ਜਿਹੜਾ ਵੀਡੀਓ ਹੈ ਮੈਂ ਸਪੈਸ਼ਲੀ ਬਣਾ ਰਿਹਾ ਪੀਐਸ ਟੈਟ ਪੇਪਰ 2 ਐਸਐਸਟੀ ਵਾਸਤੇ ਤੇ ਪੀਐਸ ਟੈਟ ਪੇਪਰ 1 ਇਨਵਾਇਰਨਮੈਂਟ ਵਾਸਤੇ। ਲਗਭਗ 100 MCQ ਨੇ ਬਾਈਲੈਂਗੁਅਲ। ਲਾਸਟ ਈਅਰ ਦਾ ਪੀਐਸ ਟੈਟ 2021 ਦਾ ਪੇਪਰ ਚੱਕ ਕੇ ਦੇਖ ਲਓ, ਯੂਨੀਵਰਸਲ ਜੀਓਗ੍ਰਾਫੀ ਤੇ 2 ਕੁਐਸਚਨ ਆਏ ਹੋਏ ਨੇ। ਜੇ ਤੁਸੀਂ ਇਹ 100 MCQ ਮੇਰੇ ਨਾਲ ਕਰ ਲੈਂਦੇ ਹੋ, ਮੈਂ ਤੁਹਾਨੂੰ ਗਾਰੰਟੀ ਦਿੰਦਾ ਵੀ ਤੁਹਾਡਾ ਪੀਐਸ ਟੈਟ ਪੇਪਰ ਦੇ ਵਿੱਚ ਯੂਨੀਵਰਸਲ ਜੀਓਗ੍ਰਾਫੀ ਤੁਹਾਨੂੰ ਕੋਈ ਥਿਊਰੀ ਪੜ੍ਹਨ ਦੀ ਲੋੜ ਨਹੀਂ। ਚਲੋ ਸ਼ੁਰੂ ਕਰਦੇ ਹਾਂ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ WhatsApp ਗਰੁੱਪ ਮਿਲੂਗਾ। WhatsApp ਗਰੁੱਪ ਸਾਡਾ ਬਣਿਆ ਹੋਇਆ ਚੈਨਲ ਦਾ ਫ੍ਰੀ ਗਰੁੱਪ ਹੈ, ਜਿਹਦੇ ਵਿੱਚ ਟਾਈਮ ਟੂ ਟਾਈਮ ਅਸੀਂ ਮੌਕ ਟੈਸਟ ਵਗੈਰਾ ਪੀਐਸ ਟੈਟ ਦੇ ਕੁਝ PDF ਪਾ ਦਿੰਦੇ ਆ। ਠੀਕ ਹੈ, ਕੁਝ ਸਾਡੀ ਲਾਈਵ ਕਲਾਸਿਸ ਚੱਲਦੀਆਂ ਨੇ, ਉਹ ਪੇਡ ਨੇ। ਉਹ ਵੀ ਤੁਸੀਂ 9646810103 ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ। ਚਲੋ ਜੀ, ਸ਼ੁਰੂਆਤ ਕਰਦੇ ਹਾਂ। ਅੱਜ ਦਾ ਪਹਿਲਾ ਕੁਐਸਚਨ। ਪਹਿਲੇ ਕੁਐਸਚਨ 'ਚ ਪੁੱਛਿਆ ਗਿਆ ਹੈ, ਵਾਟ ਇਜ਼ ਦਾ ਨੇਮ ਆਫ ਆਵਰ ਸੋਲਰ ਫੈਮਿਲੀ? ਸਾਡੀ ਸੌਰ ਪਰਿਵਾਰ ਦਾ ਕੀ ਨਾਮ ਹੈ? ਸਾਡੇ ਸੌਰ ਪਰਿਵਾਰ ਦਾ ਕੀ ਨਾਮ ਹੈ? ਸਭ ਤੋਂ ਪਹਿਲਾਂ ਸਾਡਾ ਸੌਰ ਪਰਿਵਾਰ ਹੈ ਕੀ? ਸਭ ਤੋਂ ਪਹਿਲਾਂ ਸਾਡੇ ਸੌਰ ਪਰਿਵਾਰ ਚ ਆਉਂਦਾ ਹੈ ਸਨ, ਯਾਨੀ ਕਿ ਸੂਰਜ। ਉਸ ਤੋਂ ਬਾਅਦ ਸਾਡੇ ਸੌਰ ਪਰਿਵਾਰ ਚ ਆਉਂਦੇ ਨੇ 8 ਪਲੈਨਟ। 8 ਪਲੈਨਟ ਯਾਨੀ ਕਿ 8 ਗ੍ਰਹਿ। ਕਿਸੇ ਸਮੇਂ ਗ੍ਰਹਿਾਂ ਦੀ ਸੰਖਿਆ 9 ਹੋਇਆ ਕਰਦੀ ਸੀ, ਇਸ ਸਮੇਂ ਗ੍ਰਹਿਾਂ ਦੀ ਸੰਖਿਆ ਸਿਰਫ ਕਿੰਨੀ ਹੈ? 8। ਇਹਨਾਂ 8 ਗ੍ਰਹਿਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਗ੍ਰਹਿ ਨੇ ਜਿਨ੍ਹਾਂ ਦੀ ਆਪਦੀਆਂ ਸੈਟੇਲਾਈਟ ਯਾਨੀ ਕਿ ਉਪਗ੍ਰਹਿ ਹੁੰਦੇ ਹਨ। ਠੀਕ ਹੈ ਜੀ। ਤਾਂ 3 ਚੀਜ਼ਾਂ, ਸੂਰਜ, ਸੂਰਜ ਦੇ ਆਲੇ ਦੁਆਲੇ ਘੁੰਮਣ ਵਾਲੇ ਗ੍ਰਹਿ, ਗ੍ਰਹਿ ਦੇ ਆਲੇ ਦੁਆਲੇ ਘੁੰਮਣ ਵਾਲੇ ਕੀ ਹੋ ਗਏ? ਉਪਗ੍ਰਹਿ, ਜਿਨ੍ਹਾਂ ਨੂੰ ਇੰਗਲਿਸ਼ ਅਸੀਂ ਕੀ ਕਹਿੰਦੇ ਆ? ਸੈਟੇਲਾਈਟ। ਉਦਾਹਰਨ ਦੇ ਤੌਰ ਤੇ ਮੂਨ। ਮੂਨ ਕੀ ਹੈ? ਜਿਹੜਾ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ, ਅਰਥ ਦੇ ਆਲੇ ਦੁਆਲੇ ਘੁੰਮਦਾ ਹੈ, ਇਸ ਲਈ ਮੂਨ ਸੈਟੇਲਾਈਟ ਹੈ ਕਿਹਦੀ? ਅਰਥ ਦੀ। ਇਹਨਾਂ 8 ਪਲੈਨਟਾਂ ਤੇ ਉਹਨਾਂ ਦੀਆਂ ਸੈਟੇਲਾਈਟਾਂ ਪਲੱਸ ਸੂਰਜ ਨੂੰ ਮਿਲਾ ਕੇ ਜਿਹੜੀ ਸਪੇਸ ਬਣਦੀ ਹੈ, ਉਹਨੂੰ ਅਸੀਂ ਆਪਦਾ ਸੂਰਜ ਪਰਿਵਾਰ ਜਾਂ ਸੋਲਰ ਸਿਸਟਮ ਕਹਿੰਦੇ ਆ। ਯਾਦ ਰੱਖਿਓ। ਤਾਂ ਕੁਐਸਚਨ ਆਉਂਦਾ ਵੀ ਸੋਲਰ ਸਿਸਟਮ ਕਿਹੜੀ ਕਿਹੜੀ ਚੀਜ਼ਾਂ ਦਾ ਬਣਿਆ ਹੈ? ਸੂਰਜ ਦਾ, 8 ਗ੍ਰਹਿਾਂ ਦਾ ਤੇ 8 ਗ੍ਰਹਿਾਂ ਦੇ ਆਲੇ ਦੁਆਲੇ ਘੁੰਮਣ ਵਾਲੀ ਕਿਹਦੀਆਂ? ਸੈਟੇਲਾਈਟਾਂ ਦਾ। ਨੈਕਸਟ, ਅਗਲਾ ਕੁਐਸਚਨ ਹੈ ਜੀ, ਵਾਟ ਇਜ਼ ਦਾ ਨੇਮ ਆਫ ਗੈਲੈਕਸੀ ਇਨ ਵਿਚ ਆਵਰ ਸੋਲਰ ਸਿਸਟਮ ਐਗਜ਼ਿਸਟ? ਗੈਲੈਕਸੀ ਦਾ ਨਾਂ ਕੀ ਹੈ ਜਿਹਦਾ ਸੋਲਰ ਸਿਸਟਮ, ਸਾਡਾ ਜਿਹੜਾ ਸੋਲਰ ਸਿਸਟਮ ਹੈ, ਸੌਰ ਮੰਡਲ ਹੈ, ਸੂਰਯ ਪਰਿਵਾਰ ਹੈ, ਜਿਹਦਾ ਹਿੱਸਾ ਹੈ? ਪਹਿਲਾਂ ਤਾਂ ਇਹ ਦੇਖੋ ਕਿ ਬੱਚੋ ਗੈਲੈਕਸੀ ਬੇਸਿਕਲੀ ਹੁੰਦੀ ਕੀ ਹੈ। ਵਾਟ ਇਜ਼ ਦਾ ਮੀਨਿੰਗ ਆਫ ਗੈਲੈਕਸੀ? ਜਿਵੇਂ ਮੰਨ ਕੇ ਚੱਲੋ ਆਪਣੇ ਕੋਲ ਇੱਕ ਡਿਸਟ੍ਰਿਕਟ ਹੈ, ਆਪਾਂ ਡਿਸਟ੍ਰਿਕਟ ਲੈ ਲੈਂਦੇ ਹਾਂ ਪਟਿਆਲਾ। ਠੀਕ ਹੈ, ਮੰਨ ਲਓ ਪਟਿਆਲਾ ਜ਼ਿਲ੍ਹਾ ਆਪਣੇ ਕੋਲੇ। ਤੁਹਾਨੂੰ ਪੁੱਛਿਆ ਜਾਵੇ ਪਟਿਆਲਾ ਕਿਹਦਾ ਪਾਰਟ ਹੈ, ਤੁਸੀਂ ਕਹੋਗੇ ਕਿ ਜੀ ਪਟਿਆਲਾ ਪੰਜਾਬ ਦਾ ਪਾਰਟ ਹੈ। ਪੰਜਾਬ ਕਿਹਦਾ ਪਾਰਟ ਹੈ? ਪੰਜਾਬ ਅੱਗੇ ਇੰਡੀਆ ਦਾ ਪਾਰਟ ਹੈ। ਇੰਡੀਆ ਅੱਗੇ ਕਿਹਦਾ ਪਾਰਟ ਹੈ? ਇੰਡੀਆ ਅੱਗੇ ਕਿਹਦਾ ਪਾਰਟ ਹੈ? ਏਸ਼ੀਆ ਦਾ। ਉਵੇਂ ਹੀ ਅਰਥ ਸਾਡੀ ਧਰਤੀ ਪਾਰਟ ਹੈ ਸੋਲਰ ਸਿਸਟਮ ਦਾ। ਸੋਲਰ ਸਿਸਟਮ ਅੱਗੇ ਕਿਹਦਾ ਪਾਰਟ ਹੈ? ਗੈਲੈਕਸੀ ਦਾ, ਜਿਹਨੂੰ ਅਸੀਂ ਤਾਰਾ ਮੰਡਲ ਜਾਂ ਤਾਰਾ ਸਮੂਹ ਵੀ ਕਹਿੰਦੇ ਆ। ਤਾਰਾ ਮੰਡਲ ਜਾਂ ਫਿਰ ਤਾਰਾ ਸਮੂਹ ਵੀ ਕਹਿੰਦੇ ਆ। ਗੱਲ ਕਲੀਅਰ ਹੈ? ਤਾਂ ਸਾਡਾ ਸੋਲਰ ਸਿਸਟਮ ਜਿਹੜੀ ਗੈਲੈਕਸੀ ਦਾ ਹਿੱਸਾ ਹੈ, ਉਹਨੂੰ ਅਸੀਂ ਮਿਲਕੀ ਵੇ ਗੈਲੈਕਸੀ ਜਾਂ ਆਕਾਸ਼ ਗੰਗਾ ਵੀ ਕਹਿ ਦਿੰਦੇ ਆ। ਮਿਲਕੀ ਵੇ ਗੈਲੈਕਸੀ ਜਾਂ ਆਕਾਸ਼ ਗੰਗਾ ਵੀ ਕਹਿ ਦਿੰਦੇ ਆ। ਕੁਐਸਚਨ ਆਉਂਦਾ ਹੈ ਕਿ ਜਿਹੜੀ ਸਾਡੀ ਗੈਲੈਕਸੀ ਹੈ ਮਿਲਕੀ ਵੇ ਜਾਂ ਆਕਾਸ਼ ਗੰਗਾ, ਜਿਹਦਾ ਸਾਡਾ ਸੋਲਰ ਸਿਸਟਮ ਪਾਰਟ ਹੈ, ਇਹਦੀ ਸ਼ੇਪ ਕੀ ਹੈ? ਇਹਦੀ ਸ਼ੇਪ ਹੈਗੀ ਹੈ ਬੱਚੋ ਸਪਾਈਰਲ। ਵੈਰੀ ਇੰਪੋਰਟੈਂਟ ਕੁਐਸਚਨ। ਪਹਿਲਾ ਕੁਐਸਚਨ, ਸਾਡੀ ਸੋਲਰ ਫੈਮਿਲੀ ਦਾ ਨਾਮ ਕੀ ਹੈ? ਸੋਲਰ ਸਿਸਟਮ। ਠੀਕ ਹੈ। ਅਗਲਾ ਕੁਐਸਚਨ, ਸਾਡਾ ਸੋਲਰ ਸਿਸਟਮ ਕਿਹੜੀ ਗੈਲੈਕਸੀ ਦਾ ਹਿੱਸਾ ਹੈ? ਤਾਂ ਸਾਡਾ ਸੋਲਰ ਸਿਸਟਮ ਮਿਲਕੀ ਵੇ ਗੈਲੈਕਸੀ ਦਾ ਹਿੱਸਾ ਹੈ, ਆਕਾਸ਼ ਗੰਗਾ ਗੈਲੈਕਸੀ ਦਾ ਹਿੱਸਾ ਹੈ, ਆਕਾਸ਼ ਗੰਗਾ ਦਾ ਹਿੱਸਾ ਹੈ। ਠੀਕ ਹੈ। ਤੇ ਇਹਦੀ ਸ਼ੇਪ ਕੀ ਹੈ? ਸਪਾਈਰਲ। ਸਪਾਈਰਲ ਕੀ ਹੁੰਦੀ ਹੈ? ਕੁਝ ਇਸ ਤਰੀਕੇ ਨਾਲ, ਜਿਵੇਂ ਆਪਾਂ ਕਾਪੀ ਨੂੰ ਸਾਈਡ ਤੋਂ ਕੀ ਕਰਵਾਉਂਦੇ ਆ? ਸਪਾਈਰਲ ਕਰਵਾਉਂਦੇ ਆ। ਠੀਕ ਹੈ। ਇੱਕ ਕੁਐਸਚਨ ਆਉਂਦਾ ਹੈ ਕਿ ਜਿਹੜੀ ਸਾਡੀ ਗੈਲੈਕਸੀ ਹੈ ਮਿਲਕੀ ਵੇ, ਇਸ ਗੈਲੈਕਸੀ ਦੇ ਸਭ ਤੋਂ ਨੇੜੇ ਵਾਲੀ ਗੈਲੈਕਸੀ ਕਿਹੜੀ ਹੈ? ਦੁਨੀਆ 'ਚ ਬਹੁਤ ਤਰੀਕੇ ਦੀਆਂ ਗੈਲੈਕਸੀਆਂ ਨੇ। ਕੋਈ ਸਪਾਈਰਲ ਗੈਲੈਕਸੀ ਹੈ, ਠੀਕ ਹੈ, ਕੋਈ ਡੰਬਲ ਸ਼ੇਪ ਦੀ ਗੈਲੈਕਸੀ ਹੈ, ਠੀਕ ਹੈ, कोई डिस्क टाइप की इस तरीके की गैलेक्सी है,
ਤਾਂ ਜਿਹੜੀ ਸਾਡੀ ਗੈਲੈਕਸੀ ਹੈ ਮਿਲਕੀ ਵੇ ਉਹਦੇ ਸਭ ਤੋਂ ਨੇੜੇ ਵਾਲੀ ਗੈਲੈਕਸੀ ਦਾ ਨਾਮ ਹੈ ਐਂਡਰੋਮੇਡਾ ਗੈਲੈਕਸੀ। ਯਾਦ ਰੱਖਿਓ ਬੱਚੋ, ਐਂਡਰੋਮੇਡਾ ਗੈਲੈਕਸੀ, ਐਂਡਰੋਮੇਡਾ ਗੈਲੈਕਸੀ। ਕਿਹੜੀ ਗੈਲੈਕਸੀ? ਸਾਡੀ ਮਿਲਕੀ ਵੇ ਗੈਲੈਕਸੀ ਦੇ ਸਭ ਤੋਂ ਨੇੜੇ ਹੈ, ਤਾਂ ਅਸੀਂ ਆਨਸਰ ਲਾਵਾਂਗੇ ਐਂਡਰੋਮੇਡਾ ਗੈਲੈਕਸੀ ਸਾਡੀ ਗੈਲੈਕਸੀ ਦੇ ਕੀ ਹੈ? ਸਭ ਤੋਂ ਨੇੜਲਾ ਹਿੱਸਾ ਹੈ। तीसरा क्वेश्चन है बच्चों, तीसरे क्वेश्चन च पूछा है व्हाट इज द नंबर ऑफ प्लैनेट इन आवर सोलर सिस्टम। छोटा क्वेश्चन, साडे सौर परिवार च किन्ने ग्रह हैं? तो साडे सौर परिवार च किन्ने ग्रह हैं? 8 प्लैनेट हैं। साडे सौर परिवार च किन्ने ग्रह हैं? 8 प्लैनेट। इन्हां 8 प्लैनेटां नूं असीं किवें याद रखना है? हुण सब तो पहला बच्चों आपां देखांगे इन्हां 8 प्लैनेटां नूं याद किवें रखना है सीरियल ऑर्डर दे विच। ठीक है, सब तो पहला साडे कोले उरे सन आंदा है, सन यानी कि सूरज। ठीक है, सन तो बाद ਅੱਗੇ 8 ਪਲੈਨਟਾਂ ਨੂੰ ਆਰਡਰ ਸੀਰੀਅਲ ਆਰਡਰ ਦੇ ਵਿੱਚ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿਵੇਂ ਯਾਦ ਰੱਖਾਂਗੇ? ਮਾਈ ਵੈਰੀ ਐਫੀਸ਼ੀਐਂਟ, ਮਾਈ ਵੈਰੀ ਐਫੀਸ਼ੀਐਂਟ ਮਦਰ, ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ, ਜਸਟ ਸਰਵਡ ਅਸ ਨਟਸ। ਇੱਕ ਲਾਈਨ ਯਾਦ ਰੱਖਾਂਗੇ, ਮਾਈ ਵੈਰੀ ਐਫੀਸ਼ੀਐਂਟ ਮਦਰ जस्ट सर्वड अस नट्स। पूरे MY का मतलब है बच्चों मरकरी, यानी कि सूरज के सब तो नेड़े वाला ग्रह है मरकरी, जिन्हों तुसी बुध भी कह दिंदे हो। ठीक है, वैरी दे विचों याद रखांगे वीनस, वीनस यानी कि जिन्हों तुसी शुक्र ग्रह भी कह दिंदे हो। एफिशिएंट तो असी याद रखांगे बच्चों अर्थ, अर्थ यानी कि धरती, अर्थ यानी कि बच्चों धरती। ठीक है, उस तो बाद आ गया मदर, तो याद रखांगे मार्स, जिन्हों तुसी मंगल ग्रह भी कहने हो। केड़ा ग्रह कहने हो? मंगल ग्रह भी कह देंगे हो। जस्ट तो याद रखांगे बच्चों जुपिटर, जस्ट तो याद रखांगे केड़ा ग्रह? जुपिटर, जिन्हों तुसी बृहस्पति ग्रह भी कह देंगे हो। केड़ा ग्रह भी कह देंगे हो बच्चों? बृहस्पति ग्रह भी कह देंगे हो। सर्वड तो याद रखांगे सैटर्न, सैटर्न जिन्हों तुसी शनि ग्रह भी कह देंगे हो। की कह देंगे हो? शनि ग्रह भी कह देंगे हो। यू तो याद रखांगे यूरेनस, यूरेनस जिन्हों तुसी अरुण ग्रह भी कह देंगे हो। केड़ा ग्रह कह देंगे हो? अरुण। ते नट्स तो याद रखांगे नेपच्यून, नेपच्यून जिन्हों बच्चों तुसी केड़ा ग्रह कह देंगे हो? वरुण ग्रह भी कह देंगे हो, अरुण वरुण। ठीक है, इस तो पहला कि आप अगे बढ़िए 8 प्लैनेटां नूं कापी ते नोट करके उहदा सीरियल ऑर्डर बना लवो। मरकरी, वीनस, अर्थ, मार्स, जुपीटर, सैटर्न, यूरेनस ते नेपच्यून। तो साडे सोलर सिस्टम च 8 प्लैनेट हैं, ये याद रखियो। क्वेश्चन नंबर 4, क्वेश्चन नंबर 4 कहता है कि व्हाट इज द नेम ऑफ द प्लैनेट। सारे प्लैनेटा के नाम मैं थोनू दस चुकिया। पंजवां क्वेश्चन कह रहा है विच इज द बिगेस्ट प्लैनेट इन आवर सोलर सिस्टम। साडे सौर परिवार दे विच सब तो वड्डा ग्रह केड़ा है? सब तो वड्डा मतलब साइज दे अकॉर्डिंग। हुण इहनूं किवें याद रखांगे? एक ट्रिक दसदा, उस ट्रिक नाल तुसीं सारे प्लैनेटा दा साइज याद रखना है। एक ट्रिक है, ट्रिक का नाम क्या है? जशन, जशन EVM, जशन EVM, जशन EVM। जशन मनाया जाता, जिमें तुसी कोई पेपर क्लीयर हो गया तुसी की मनाओगे? जशन मनाओगे। जशन क्यों मनाया जा रहा है? क्योंकि EVM मशीनां खराब हो गई। EVM मशीनां किहड़ियां हुंदियां ने? जिन्हां च आपां वोट पाने आ, इलैक्ट्रॉनिक वोटिंग मशीन। तां ग्रह इस ट्रिक के अकॉर्डिंग सब तो वड्डा ग्रह जिहदा साइज है वह हैगा जुपीटर। दूजे नंबर ते सब तो वड्डा साइज किहदा है? सैटर्न दा। ठीक है, तीजे नंबर ते सब तो वड्डा साइज किहदा है? यूरेनस दा। किहदा बच्चों? यूरेनस दा। चौथे नंबर ते एन, एन दा मतलब की है? नेपच्यून। एन दा मतलब की है बच्चों? नेपच्यून। उसी तरीके नाल ई ते केड़ा ग्रह आ जाऊगा? अर्थ। ई ते केड़ा ग्रह आजू? अर्थ। वी ते केड़ा ग्रह आ जाऊगा? वीनस। वी ते केड़ा ग्रह आजू? वीनस। अगला एम, एम ते केड़ा ग्रह आजू? मार्स। सब तो आखिर च जेड़ा एम है वो केड़ा ग्रह है? वो हैगा जी मरकरी, मरकरी। यानी कि जे जुपीटर यानी कि बृहस्पति साइज के अकॉर्डिंग सब तो वड्डा ग्रह है, तो मरकरी यानी कि बुध साइज के अकॉर्डिंग सब तो छोटा ग्रह है। पेपर च जिमें खास करके पी टैट की थां ते जे तुसी सी टैट की गल करो है ना, हुण एच टैट का भी पेपर निकलिया होया है, वो यूनीवर्सल जोग्राफी के विच प्लैनेट के साइज के उत्ते क्वेश्चन किवें आंदा है? 4 प्लैनेट दे देणगे, कहणगे इन्हां नूं सीरीयल ऑर्डर च लगाओ, उत्थे तुसी ट्रिक याद रखनी है जशन EVM। तो सब तो वड्डा प्लैनेट अकॉर्डिंग टू साइज जुपीटर है, तो सब तो छोटा प्लैनेट अकॉर्डिंग टू साइज केड़ा है बच्चों? मरकरी है। अगला क्वेश्चन, विच इज द स्मॉलेस्ट प्लैनेट। सब तो छोटा ग्रह केड़ा है? डिस्कस कर चुके हाँ, मरकरी यानी कि बुध।
ਅਗਲਾ ਕੁਐਸਚਨ ਵਿਚ ਇਜ਼ ਦਾ ਨੀਅਰੈਸਟ ਪਲੈਨਟ ਟੂ ਦਾ ਸਨ। ਜੇ ਤੁਸੀਂ ਆਹ ਵਾਲੀ ਡਾਇਗਰਾਮ ਨੂੰ ਧਿਆਨ ਨਾਲ ਦੇਖੋ, ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ? ਤਾਂ ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ ਬੱਚੋ? ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਤੁਹਾਨੂੰ ਮਿਲੂਗਾ ਮਰਕਰੀ। ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਮਿਲੂਗਾ? ਮਰਕਰੀ। ਅਗਲਾ ਕੁਐਸਚਨ ਹੈ ਫਾਰਦੈਸਟ, ਸੂਰਜ ਤੋਂ ਸਭ ਤੋਂ ਦੂਰ ਵਾਲਾ ਕਿਹੜਾ ਪਲੈਨਟ ਹੈ? ਠੀਕ ਹੈ, ਤਾਂ ਜੇ ਤੁਸੀਂ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੋ, ਸੂਰਜ ਦੇ ਸਭ ਤੋਂ ਦੂਰ ਵਾਲਾ ਪਲੈਨਟ ਕਿਹੜਾ ਹੈ ਬੱਚੋ? ਨਟਸ ਯਾਨੀ ਕਿ ਨੈਪਚੂਨ। ਸੂਰਜ ਦੇ ਸਭ ਤੋਂ ਨੇੜੇ ਵਾਲਾ ਗ੍ਰਹਿ ਮਰਕਰੀ, ਸਭ ਤੋਂ ਦੂਰ ਵਾਲਾ ਕਿਹੜਾ ਹੈ? ਨੈਪਚੂਨ। ਸਭ ਤੋਂ ਨੇੜੇ ਵਾਲਾ ਕਿਹੜਾ ਹੈ? ਮਰਕਰੀ, ਸਭ ਤੋਂ ਦੂਰ ਵਾਲਾ ਕਿਹੜਾ ਹੈ? ਨੈਪਚੂਨ। ਠੀਕ ਹੈ ਜੀ। ਜੇ ਪੁੱਛਿਆ ਜਾਵੇ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ? ਮਰਕਰੀ। ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ? ਜੁਪੀਟਰ। ਨੈਕਸਟ ਅੱਗੇ ਭੱਜਦੇ ਹਾਂ, ਅੱਗੇ ਚੱਲਦੇ ਹਾਂ ਜੀ। ਅਗਲਾ ਕੁਐਸਚਨ ਹੈ ਵਿਚ ਇਜ਼ ਦਾ ਬ੍ਰਾਈਟੈਸਟ ਪਲੈਨਟ ਆਫ ਆਵਰ ਸੋਲਰ ਸਿਸਟਮ। ਸਭ ਤੋਂ ਚਮਕੀਲਾ ਗ੍ਰਹਿ ਕਿਹੜਾ ਹੈ? ਦੇਖੋ ਮੇਰੀ ਗੱਲ ਧਿਆਨ ਨਾਲ ਸਮਝਿਓ, ਵੈਸੇ ਤਾਂ ਸੂਰਜ ਦੇ ਸਭ ਤੋਂ ਨੇੜੇ ਮਰਕਰੀ ਹੈ, ਵੈਸੇ ਤਾਂ ਸੂਰਜ ਦੇ ਸਭ ਤੋਂ ਨੇੜੇ ਮਰਕਰੀ ਹੈ, ਤਾਂ ਮਰਕਰੀ ਨੂੰ ਸਭ ਤੋਂ ਗਰਮ ਹੋਣਾ ਚਾਹੀਦਾ ਹੈ। ਲੇਕਿਨ ਮਰਕਰੀ ਤੋਂ ਬਾਅਦ ਜਿਹੜਾ ਗ੍ਰਹਿ ਹੈ ਵੀਨਸ, ਇਹ ਸਾਡਾ ਸਭ ਤੋਂ ਹੌਟ ਪਲੈਨਟ ਹੈ। ਇਹ ਸਾਡਾ ਸਭ ਤੋਂ ਕਿਹੜਾ ਪਲੈਨਟ ਹੈ? ਹੌਟੈਸਟ ਪਲੈਨਟ ਹੈ। ਮਰਕਰੀ ਤੋਂ ਬਾਅਦ ਵਾਲਾ ਜਿਹੜਾ ਪਲੈਨਟ ਹੈ ਸਾਡੇ ਕੋਲੇ ਵੀਨਸ, ਇਹ ਸਾਡਾ ਹੌਟੈਸਟ ਪਲੈਨਟ ਹੈ। ਹੁਣ ਤੁਸੀਂ ਕਹੋਗੇ ਕਿ ਸਰ ਸਨ ਦੇ ਨੇੜੇ ਤਾਂ ਮਰਕਰੀ ਹੈ, ਤੁਸੀਂ ਵੀਨਸ ਨੂੰ ਸਭ ਤੋਂ ਗਰਮ ਕਿਉਂ ਕਹੀ ਜਾਂਦੇ ਹੋ? ਮਰਕਰੀ ਦੂਸਰੇ ਨੰਬਰ ਦਾ ਸਭ ਤੋਂ ਗਰਮ ਪਲੈਨਟ ਹੈ। ਹੁਣ ਕੁਐਸਚਨ ਇਹ ਉੱਠਦਾ ਵੀ ਵੀਨਸ ਸਭ ਤੋਂ ਗਰਮ ਕਿਵੇਂ ਹੋਇਆ? ਵੀਨਸ ਦੀ ਜਿਹੜੀ ਰਚਨਾ ਹੈ 90% ਤੱਕ CO2 ਕਾਰਬਨ ਡਾਈਆਕਸਾਈਡ ਗੈਸ ਨਾਲ ਹੋਈ ਹੈ। ਤੇ ਕਾਰਬਨ ਡਾਈਆਕਸਾਈਡ ਗੈਸ 'ਚ ਇੱਕ ਪ੍ਰੋਪਰਟੀ, ਇੱਕ ਗੁਣ ਹੁੰਦਾ ਹੈ ਕਿ ਇਹ ਆਪਦੇ ਉੱਤੇ ਜਿੰਨੀ ਵੀ ਗਰਮੀ ਗਿਰਦੀ ਹੈ ਉਹਨੂੰ ਸਭ ਨੂੰ ਜੱਫੀ ਪਾ ਲੈਂਦਾ, ਉਹਨੂੰ ਆਪਦੇ ਅੰਦਰ ਸੋਖ ਲੈਂਦਾ, ਐਬਜ਼ੌਰਬ ਕਰ ਲੈਂਦਾ। ਤਾਂ ਸੂਰਜ ਦੀ ਜਿੰਨੀ ਗਰਮੀ ਵੀਨਸ ਤੇ ਪੈਂਦੀ ਹੈ, ਵੀਨਸ ਉਹਨੂੰ ਸੋਖੀ ਜਾਂਦਾ ਤੇ ਐਂਡ 'ਚ ਜਾ ਕੇ ਵੀਨਸ ਦਾ ਜਿਹੜਾ ਤਾਪਮਾਨ ਹੈ ਮਰਕਰੀ ਦੇ ਤਾਪਮਾਨ ਉਹ ਕੀ ਹੋ ਜਾਂਦਾ ਹੈ? ਜ਼ਿਆਦਾ ਹੋ ਜਾਂਦਾ ਹੈ। ਇਸ ਲਈ ਅਸੀਂ ਯਾਦ ਰੱਖਾਂਗੇ ਕਿ ਵੀਨਸ ਸਭ ਤੋਂ ਗਰਮ ਗ੍ਰਹਿ ਵੀ ਹੈ, ਵੀਨਸ ਜਿਹੜਾ ਸਭ ਤੋਂ ਚਮਕੀਲਾ ਗ੍ਰਹਿ ਵੀ ਹੈ। ਠੀਕ ਹੈ, ਚਮਕ ਯਾਨੀ ਕਿ ਰੋਸ਼ਨੀ ਵੀ ਉਹੀ ਛੱਡੂਗਾ ਜਿਹਦੇ ਕੋਲੇ ਸਭ ਤੋਂ ਜ਼ਿਆਦਾ ਹੀਟ ਹੋਊਗੀ, ਹੈ ਨਾ। ਤਾਂ ਵੀਨਸ ਸਭ ਤੋਂ ਜ਼ਿਆਦਾ ਗਰਮ ਗ੍ਰਹਿ ਵੀ ਹੈ, ਬ੍ਰਾਈਟੈਸਟ ਵੀ ਹੈ। ਨੈਕਸਟ ਵੀਨਸ ਹੈ ਜਿਹੜਾ ਉਹ ਨੀਅਰੈਸਟ ਟੂ ਅਰਥ ਵੀ ਹੈ। ਧਰਤੀ ਦਾ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ? ਤਾਂ ਵੀ ਆਨਸਰ ਅਸੀਂ ਕਿਹਨੂੰ ਟਿਕ ਲਾਵਾਂਗੇ? ਵੀਨਸ ਨੂੰ। ਵੀਨਸ ਦੇ 3 ਗੁਣ ਦੱਸਤੇ, ਸਭ ਤੋਂ ਗਰਮ ਗ੍ਰਹਿ ਹੈ, ਵੀਨਸ ਹੈ ਜਿਹੜਾ ਸਭ ਤੋਂ ਚਮਕੀਲਾ ਗ੍ਰਹਿ ਹੈ, ਧਰਤੀ ਦੇ ਸਭ ਤੋਂ ਨੇੜਲਾ ਗ੍ਰਹਿ ਹੈ। ਇਸ ਲਈ ਵੀਨਸ ਨੂੰ ਟਵਿਨ ਸਿਸਟਰ ਆਫ ਅਰਥ ਕਿਹਾ ਜਾਂਦਾ ਹੈ, ਧਰਤੀ ਦੀ ਜੁੜਵਾ ਭੈਣ। ਪੀਐਸਟੈਟ ਦੇ ਪੇਪਰ ਦਾ ਕੁਐਸਚਨ ਹੈ ਟਵਿਨ ਸਿਸਟਰ ਆਫ ਅਰਥ, ਧਰਤੀ ਦੀ ਜੁੜਵਾ ਭੈਣ ਕਿਹਨੂੰ ਕਿਹਾ ਗਿਆ? ਟਵਿਨ ਸਿਸਟਰ ਆਫ ਅਰਥ ਕਿਹਨੂੰ ਕਿਹਾ ਗਿਆ? ਤਾਂ ਟਵਿਨ ਸਿਸਟਰ ਆਫ ਅਰਥ ਕਿਹਨੂੰ ਕਿਹਾ ਗਿਆ ਬੱਚੋ? ਵੀਨਸ ਨੂੰ ਕਿਹਾ ਗਿਆ। ਟਵਿਨ ਸਿਸਟਰ ਆਫ ਅਰਥ ਕਿਹਨੂੰ ਕਿਹਾ ਗਿਆ ਬੱਚੋ? ਵੀਨਸ ਨੂੰ ਕਿਹਾ ਗਿਆ। ਤਾਂ ਵਾਲੇ ਕੁਐਸਚਨ ਦਾ ਆਨਸਰ ਤੁਹਾਡੇ ਕੋਲੇ ਕਲੀਅਰ ਹੋ ਜੂ ਕਿ ਵਿਚ ਇਜ਼ ਦਾ ਬ੍ਰਾਈਟੈਸਟ ਪਲੈਨਟ? ਦਾ ਬ੍ਰਾਈਟੈਸਟ ਪਲੈਨਟ ਇਜ਼ ਵੀਨਸ। which is the hottest planet? Hottest planet is also Venus. Why Venus is the hottest planet? Venus सब तो गर्म ग्रह क्यों है? क्योंकि इसकी रचना है जी ज्यादातर CO2 कार्बन डाइऑक्साइड गैस नाल हुई है। ठीक है, हुण जेड़ा सब तो दूर वाला ग्रह है वो केड़ा है? नैपच्यून। तो वो सब तो ठंडा होगा। नैपच्यून जिन्हों तुसी वरुण ग्रह भी बोलते हो, है ना, वो सब तो की होगा बच्चों? कोल्डेस्ट होगा। सब तो ज्यादा की होगा? कोल्डेस्ट। अगला क्वेश्चन भी साडा ही है, विच इज द कोल्डेस्ट प्लैनेट ऑफ आवर सोलर सिस्टम। सब तो ठंडा ग्रह केड़ा है? तो सब तो ठंडा ग्रह केड़ा है? नैपच्यून। ठीक है जी। सब तो गर्म वीनस, सब तो वड्डा जुपिटर, सब तो छोटा मरकरी। क्लियर होगी गल? ट्विन सिस्टर ऑफ अर्थ वीनस, सब तो ब्राइटेस्ट वीनस, नीयरेस्ट टू अर्थ वीनस। इन्नी की गल आई होप तुहानूं क्लीयर होगी। सब तो ठंडा नैपच्यून। नैक्सट अगे चलते हैं। कहता जी विच प्लैनेट विद हाईएस्ट नंबर ऑफ सैटेलाइट। वेरी गुड क्वेश्चन। किहड़ा है जा ग्रह है जिहदियां सब तो वध उपग्रह हैं? ठीक है, उपग्रह मैं दसता की हुंदे ने, ਜਿਹੜੇ ਪਲੈਨਟ ਦੇ ਚਾਰੋਂ ਪਾਸੇ ਘੁੰਮਦੇ ਨੇ ਉਹਨਾਂ ਨੂੰ ਅਸੀਂ ਉਪਗ੍ਰਹਿ ਕਹਿੰਦੇ ਆ। ਜਿਵੇਂ ਚੰਦਰਮਾ ਧਰਤੀ ਦੇ ਆਲੇ ਦੁਆਲੇ ਘੁੰਮਦਾ ਹੈ ਤਾਂ ਚੰਦਰਮਾ ਧਰਤੀ ਦਾ ਉਪਗ੍ਰਹਿ ਹੈ। ਉਪਗ੍ਰਹਿ ਨੂੰ ਇੰਗਲਿਸ਼ ਕੀ ਬੋਲਦੇ ਆ? ਸੈਟੇਲਾਈਟ ਬੋਲਦੇ ਆ। ਜੇ ਤੁਹਾਡੇ ਕੋਲ ਕੋਈ ਪੁਰਾਣੀ ਕਿਤਾਬ ਹੈ ਤਾਂ ਉਹ ਚ ਲਿਖਿਆ ਹੋਊਗਾ ਕਿ ਸਭ ਤੋਂ ਜ਼ਿਆਦਾ ਉਪਗ੍ਰਹਿ ਕਿਹਦੇ ਨੇ? ਜੁਪੀਟਰ ਦੇ ਨੇ। ਠੀਕ ਹੈ, ਗਲਤ। ਪਿਛਲੇ 2-3 ਸਾਲਾਂ ਤੋਂ ਇੱਕ ਨਵੀਂ ਰਿਸਰਚ ਆ ਚੁੱਕੀ ਹੈ। ਸਭ ਤੋਂ ਜ਼ਿਆਦਾ ਉਪਗ੍ਰਹਿ ਹੁਣ ਕਿਹਦੇ ਹੋ ਗਏ? ਸੈਟਰਨ ਦੇ ਹੋ ਗਏ। ਸ਼ਨੀ ਦੇ ਸਭ ਤੋਂ ਜ਼ਿਆਦਾ ਉਪਗ੍ਰਹਿ ਹਨ। किन्ने उपग्रह हैं शनि दे? 82। सब तो ज्यादा उपग्रह किहड़े ग्रह दे हन? तां ओह हैगे ने जी शनि दे। दूजे नंबर ते जुपीटर चला गया, याद रखियो। नैक्सट अगला चलते हैं। कहता जी विच प्लैनेट इज द हैवीएस्ट प्लैनेट ऑफ आवर सोलर सिस्टम।
ਸਾਡੇ ਸੌਰ ਪਰਿਵਾਰ ਦਾ ਸਭ ਤੋਂ ਭਾਰੀ ਗ੍ਰਹਿ ਕਿਹੜਾ ਹੈ? ਟ੍ਰਿਕ ਦੱਸੀ ਸੀ ਤੁਹਾਨੂੰ, ਜਸ਼ਨ ਈਵੀਐਮ। ਸਭ ਤੋਂ ਵੱਡਾ ਸਾਈਜ਼ ਕਿਹਦਾ? ਜੁਪੀਟਰ ਦਾ। ਤਾਂ ਉਰੋਂ ਹੀ ਯਾਦ ਰੱਖ ਲਿਓ ਕਿ ਸਭ ਤੋਂ ਭਾਰੀ ਗ੍ਰਹਿ ਵੀ ਇਹਨਾਂ ਚੋਂ ਕਿਹੜਾ ਹੈ? ਜੁਪੀਟਰ ਹੈ। ਤੇ ਹੋਰ ਯਾਦ ਰੱਖ ਲਿਓ ਕਿ ਜਿਹੜਾ ਸਾਡਾ ਸੋਲਰ ਸਿਸਟਮ ਹੈ ਉਹਦੇ ਵਿੱਚ ਸੂਰਜ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਗ੍ਰੈਵਿਟੀ यानी कि खिंच शक्ति है, गुरुत्वाकर्षण शक्ति है, वो जुपीटर दी है। याद रखियो सूरज तो बाद साडे सोलर सिस्टम दे विच दूजे नंबर ते सब तो ज़्यादा खिंच शक्ति किहड़े ग्रह दी है? तो सब तो ज़्यादा खिंच शक्ति जुपीटर दी है। हुण तक आपां की पढ़ लिया? जुपीटर सब तो भारी है, जुपीटर साइज च सब तो वड्डा है, जुपीटर कोले दूजे नंबर दियां सब तो ज़्यादा सैटेलाइटां हन, ते जिहड़ा जुपीटर है सूरज तो बाद इहदी खिंच शक्ति की है सब तो ज़्यादा है। नैक्सट अगे चलते हैं। अगला क्वेश्चन है कि किहड़े प्लैनेट नूं असीं रैड प्लैनेट कहने आ? लाल ग्रह किहनूं कहने आ? मार्स नूं। मंगल ग्रह नूं रैड प्लैनेट कहा जाता है, मंगल ग्रह नूं लाल ग्रह भी कहा जाता है। क्यों? जिन्नियां भी चीज़ां नैचुरल लाल ने, साडा ब्लड हो गया, गाजर हो गया, अनार दा जूस हो गया, उन्हां सारिਆਂ ਦੇ ਵਿੱਚ आयरन ऑक्साइड ਹੁੰਦਾ है, उन्हां सारिਆਂ ਦੇ ਵਿੱਚ आयरन ऑक्साइड ਹੁੰਦਾ है। जब ਅਸੀਂ बहुत तकड़ी बीमारी तो ਉੱਠਦੇ ਹਾਂ ना, शरीर 'ਚ कमजोरी ਹੁੰਦੀ है, ਤਾਂ डॉक्टर ਸਾਨੂੰ ताकत ਦੇ ਵਿੱਚ आयरन ਦੇ कैप्सूल ਦਿੰਦਾ है। ਤਾਂ ਉਹ ਦੇਖੋ ਉਹ ਵੀ ਲਾਲ ਹੁੰਦੇ ਹਨ। ਤਾਂ ਕੋਈ ਵੀ ਚੀਜ਼ ਜਿਹੜੀ ਨੈਚੁਰਲੀ ਲਾਲ ਹੈ ਉਹਦਾ ਕਾਰਨ ਹੁੰਦਾ ਹੈ ਉਹਦੇ ਵਿੱਚ ਆਇਰਨ ਦੀ ਮੌਜੂਦਗੀ। ਅੱਗੇ ਆਪਾਂ ਇੰਡੀਅਨ ਜੀਓਗ੍ਰਾਫੀ 'ਚ ਲਾਲ ਮਿੱਟੀ, ਕਾਲੀ ਮਿੱਟੀ, ਪੀਲੀ ਮਿੱਟੀ ਹੈ ਨਾ, ਜਲੋੜ ਮਿੱਟੀ ਇਹ ਪੜਾਂਗੇ। ਤਾਂ ਉੱਥੇ ਜਿਹੜੀ ਲਾਲ ਮਿੱਟੀ ਹੈ, ਲਾਲ ਮਿੱਟੀ ਵੀ ਲਾਲ ਤਾਂ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਹੈ? ਆਇਰਨ ਆਕਸਾਈਡ ਹੁੰਦਾ ਹੈ। ਤਾਂ ਕਿਹੜੇ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਗਿਆ? ਤਾਂ ਭਾਈ ਕਿਹੜੇ ਗ੍ਰਹਿ ਨੂੰ ਲਾਲ ਗ੍ਰਹਿ ਕਿਹਾ ਗਿਆ? ਮਾਰਸ ਯਾਨੀ ਕਿ ਮੰਗਲ ਨੂੰ। ਕਿਉਂ? ਕਿਉਂਕਿ ਇਹਦੇ ਵਿੱਚ ਆਇਰਨ ਦੀ ਮੌਜੂਦਗੀ ਜ਼ਿਆਦਾ ਹੁੰਦੀ ਹੈ। ਕਹਿੰਦਾ ਜੀ ਕਿਹੜੇ ਪਲੈਨਟ ਨੂੰ ਨੀਲਾ ਗ੍ਰਹਿ ਕਿਹਾ ਗਿਆ? ਇਹ ਤਿੰਨ ਪਲੈਨਟ ਨੇ ਬੱਚੋ। ਇੱਕ ਪੁੱਛਦੇ ਨੇ ਵੀ ਰੈੱਡ ਕਿਹਨੂੰ ਕਹਿੰਦੇ ਨੇ? ਰੈੱਡ ਮੈਂ ਤੁਹਾਨੂੰ ਦੱਸਤਾ ਵੀ ਮਾਰਸ ਨੂੰ ਕਹਿੰਦੇ ਨੇ, ਮੰਗਲ ਨੂੰ ਕਹਿੰਦੇ ਨੇ ਆਇਰਨ ਦੀ ਮੌਜੂਦਗੀ ਕਰਕੇ। ਫਿਰ ਆਂਦਾ ਹੈ ਕਿਹੜੇ ਗ੍ਰਹਿ ਨੂੰ ਬਲੂ ਯਾਨੀ ਕਿ ਨੀਲਾ ਗ੍ਰਹਿ ਕਹਿੰਦੇ ਨੇ? ਉਹ ਕਹਿੰਦੇ ਨੇ ਧਰਤੀ ਨੂੰ। ਕਿਉਂ? ਕਿਉਂਕਿ ਧਰਤੀ ਦਾ 70% ਹਿੱਸਾ ਪਾਣੀ ਦਾ ਬਣਿਆ ਹੋਇਆ ਹੈ ਤੇ 30% ਹਿੱਸਾ ਧਰਤੀ ਤੇ ਲੈਂਡ ਹੈ। ਤਾਂ ਉੱਪਰੋਂ ਦੇਖਣ ਤੋਂ ਧਰਤੀ ਨੀਲੀ ਜਾਪਦੀ ਹੈ, इसलिए धरती ਨੂੰ ब्लू प्लैनेट भी कहा जाता है। फिर एक क्वेश्चन आता है ग्रीन प्लैनेट, हरा ग्रह किहनूं कहंदे हन? ग्रीन प्लैनेट बोलते हैं बच्चों यूरेनस नूं। विच प्लैनेट इज नोन एज ग्रीन प्लैनेट? हरा ग्रह किहनूं कहंदे ने? यूरेनस नूं, जिहनूं तुसीं अरुण भी कहंदे हो। क्यों? क्योंकि इहदे विच मीथेन गैस की मौजूदगी है, मीथेन गैस की मौजूदगी है जिहनूं तुसीं CH4 भी कहंदे हो। ठीक है, तो मीथेन गैस की मौजूदगी करके ਜਿਹੜਾ ਅਰੁਣ ਗ੍ਰਹਿ ਹੈ, ਜਿਹੜਾ ਯੂਰੇਨਸ ਗ੍ਰਹਿ ਹੈ, ਇਹਦਾ ਨੈਚੁਰਲ ਕਲਰ ਕਿਹੜਾ ਹੋ ਜਾਂਦਾ ਹੈ? ਇਹਦਾ ਨੈਚੁਰਲ ਕਲਰ ਗ੍ਰੀਨ ਹੋ ਜਾਂਦਾ ਹੈ। ਤਿੰਨ ਪਲੈਨਟਾਂ ਦੇ ਰੰਗ ਪੁੱਛਦੇ ਨੇ। ਰੈੱਡ ਪਲੈਨਟ ਕਿਹਨੂੰ ਕਹਿੰਦੇ ਨੇ? ਮਾਰਸ ਨੂੰ, ਆਇਰਨ ਦੀ ਮੌਜੂਦਗੀ ਕਰਕੇ। ਬਲੂ ਪਲੈਨਟ ਕਿਹਨੂੰ ਕਹਿੰਦੇ ਨੇ? ਅਰਥ ਨੂੰ, ਕਿਉਂਕਿ 70% ਪਾਣੀ ਹੈ। ਗ੍ਰੀਨ ਪਲੈਨਟ ਕਿਹਨੂੰ ਕਹਿੰਦੇ ਨੇ? ਯੂਰੇਨਸ ਨੂੰ। ਕਿਉਂ? ਕਿਉਂਕਿ ਇਹਦੇ ਉੱਤੇ ਮਿਥੇਨ ਗੈਸ ਦੀ ਮੌਜੂਦਗੀ ਹੈ। ਨੈਕਸਟ ਬੱਚੋ ਅੱਗੇ ਵਧਦੇ ਹਾਂ। ਕਹਿੰਦਾ ਜੀ ਕਿਹੜਾ ਪਲੈਨਟ ਹੈ? 17ਵਾਂ ਕੁਐਸਚਨ ਕਰਨ ਲੱਗਿਆ। ਠੀਕ ਹੈ, ਇਹ ਵੀ ਕਰ ਲਿਆ ਆਪਾਂ, ਇਹ ਵੀ ਕਰ ਲਿਆ। ਕਹਿੰਦਾ ਜੀ ਵਿਚ ਇਜ਼ ਦਾ ਪਲੈਨਟ ਵਿਦ ਜਾਇੰਟ ਰੈੱਡ ਸਪੋਟ ਔਨ ਇਟਸ ਸਪੀਡ ਤੇ ਔਨ ਇਟਸ ਸਰਫੇਸ। ਰੈੱਡ ਸਪੋਟ ਦਾ ਮਤਲਬ ਲਾਲ ਧੱਬਾ, ਲਾਲ ਰੰਗ ਦਾ ਧੱਬਾ। ਠੀਕ ਹੈ, ਕਹਿੰਦਾ ਕਿਹੜਾ ਗ੍ਰਹਿ ਹੈ ਕਿ ਜਦ ਅਸੀਂ ਉਹਨੂੰ ਉੱਪਰੋਂ ਦੇਖਦੇ ਹਾਂ ਉੱਤੇ ਲਾਲ ਰੰਗ ਦਾ ਡਾਟ ਲੱਗਿਆ, ਲਾਲ ਰੰਗ ਦਾ ਜਿਵੇਂ ਬਲੱਡ ਨਿਕਲਦਾ ਹੋਵੇ ਧੱਬਾ ਲੱਗਿਆ ਮਹਿਸੂਸ ਹੁੰਦਾ ਹੈ। ਇਹ ਹੁੰਦਾ ਜੀ ਜੁਪੀਟਰ ਤੇ। ਕਿਉਂ ਹੁੰਦਾ ਹੈ? ਜੁਪੀਟਰ ਤੇ ਮਨ ਕਿਹਾ ਜਾਂਦਾ ਹੈ ਕਿ ਲਗਾਤਾਰ 24 ਘੰਟੇ ਤੂਫਾਨ ਆਉਂਦਾ ਰਹਿੰਦਾ, ਸਟੋਮ ਆਉਂਦਾ ਰਹਿੰਦਾ। ਸਟੋਮ ਯਾਨੀ ਕਿ ਤੂਫਾਨ, ਚੱਕਰਵਾਤ। ਤਾਂ ਜਦ ਕੋਈ ਚੀਜ਼ ਬਹੁਤ ਜ਼ਿਆਦਾ ਤੇਜ਼ ਲਗਾਤਾਰ ਘੁੰਮਦੀ ਰਹਿੰਦੀ ਹੈ ਨਾ, ਤਾਂ ਉਹ ਗਰਮ ਹੋ ਜਾਂਦੀ ਹੈ ਤੇ ਗਰਮ ਹੋਣ ਤੇ ਉਹਦਾ ਰੰਗ ਕੀ ਹੋ ਜੂ? ਲਾਲ। ਮੰਨ ਲਓ ਆਪਾਂ ਲੋਹੇ ਨੂੰ ਗਰਮ ਕਰੀ ਜਾਵਾਂਗੇ ਤਾਂ ਲੋਹਾ ਵੀ ਲਾਲ ਹੋ ਜਾਊਗਾ, ਹੈ ਨਾ। ਇਸੇ ਲਈ ਜੁਪੀਟਰ ਦੇ 24 ਘੰਟੇ ਜਿਹੜਾ ਤੂਫਾਨ ਆਉਂਦਾ ਰਹਿੰਦਾ, ਉਹ ਤੂਫਾਨ ਜਦ ਘੁੰਮਦਾ ਹਵਾਵਾਂ ਗਰਮ ਹੋ ਜਾਂਦੀਆਂ ਨੇ, ਇਸ ਲਈ ਉੱਥੇ ਇੱਕ ਲਾਲ ਰੰਗ ਦਾ ਧੱਬਾ ਬਣਿਆ ਹੋਇਆ, ਜਿਵੇਂ ਐਂ ਲੱਗਦਾ ਵੀ ਜੁਪੀਟਰ ਦੇ ਸਰਫੇਸ ਤੋਂ ਫੁੰਸੀ ਹੋ ਗਈ ਹੋਵੇ, ਉਹ ਚੋਂ ਖੂਨ ਨਿਕਲ ਰਿਹਾ ਹੋਵੇ, ਹੈ ਨਾ, ਇਸ ਤਰੀਕੇ ਦੇ ਨਾਲ। ਨੈਕਸਟ ਅੱਗੇ ਵਧ ਰਹੇ ਹਾਂ। ਠੀਕ ਹੈ ਜੀ, ਹੁਣ ਕਹਿੰਦਾ ਜੀ ਵਿਚ ਇਜ਼ ਦਾ ਪਲੈਨਟ ਵਿਦ ਮੈਕਸਿਮਮ ਡਾਇਨਲ ਟੈਂਪਰੇਚਰ। ਇਹ ਤੁਸੀਂ ਕਦੇ ਨਹੀਂ ਪੜ੍ਹਿਆ ਹੋਊਗਾ, ਇਹ CTET ਦਾ ਕੁਐਸਚਨ ਹੈ। ਡਾਇਨਲ ਟੈਂਪਰੇਚਰ ਕੀ ਹੁੰਦਾ ਹੈ? ਬਹੁਤ ਧਿਆਨ ਨਾਲ ਸਮਝਿਓ। ਇੱਕ ਕੋਈ ਵੀ ਪਲੈਨਟ ਲੈ ਲਓ, ਉਹਦਾ ਤੁਸੀਂ दिन ਦੇ ਟਾਈਮ ਦਾ, ਡੇ ਟਾਈਮ ਦਾ ਸਭ ਤੋਂ ਜ਼ਿਆਦਾ ਤਾਪਮਾਨ ਨੋਟ ਕਰ ਲੈਣਾ। दिन ਦੇ ਸਮੇਂ ਦਾ ਸਭ ਤੋਂ ਜ਼ਿਆਦਾ ਤਾਪਮਾਨ ਨੋਟ ਕਰ ਲੈਣਾ। ਉसी ਪਲੈਨਟ ਦਾ ਨਾਈਟ ਦੇ ਟਾਈਮ ਦਾ ਸਭ ਤੋਂ ਘੱਟ ਟੈਂਪਰੇਚਰ, ਸਭ ਤੋਂ
ਘੱਟ ਟੈਂਪਰੇਚਰ ਨੋਟ ਕਰ ਲੈਣਾ ਹੈ। दिन ਦਾ ਸਭ ਤੋਂ ਵੱਧ ਟੈਂਪਰੇਚਰ, ਰਾਤ ਦਾ ਸਭ ਤੋਂ ਘੱਟ ਟੈਂਪਰੇਚਰ। दिन ਦਾ ਸਭ ਤੋਂ ਵੱਧ ਟੈਂਪਰੇਚਰ ਤੇ ਰਾਤ ਦਾ ਜਿਹੜਾ ਸਭ ਤੋਂ ਘੱਟ ਟੈਂਪਰੇਚਰ ਹੈ, ਦੋਨਾਂ ਦੇ ਵਿੱਚ ਦਾ ਜਿਹੜਾ ਅੰਤਰ ਹੈ, ਡਿਫਰੈਂਸ ਹੈ, ਉਹਨੂੰ ਉਸ ਪਲੈਨਟ ਦਾ ਡਾਇਨਲ ਟੈਂਪਰੇਚਰ ਕਿਹਾ ਜਾਂਦਾ ਹੈ। ਡੇ ਟਾਈਮ ਦਾ ਮੈਕਸਿਮਮ, ਨਾਈਟ ਟਾਈਮ ਦਾ ਮਿਨੀਮਮ, ਦੋਨਾਂ ਦੇ ਵਿੱਚ ਦਾ ਜਿਹੜਾ ਅੰਤਰ ਹੈ ਉਸ ਅੰਤਰ ਨੂੰ ਡਾਇਨਲ ਟੈਂਪਰੇਚਰ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਇਹ ਜਿਹੜਾ ਅੰਤਰ ਹੈ ਸਭ ਤੋਂ ਜ਼ਿਆਦਾ ਮਰਕਰੀ ਯਾਨੀ ਕਿ ਬੁੱਧ ਗ੍ਰਹਿ ਤੇ ਪਾਇਆ ਜਾਂਦਾ ਹੈ। ਵਿਚ ਪਲੈਨਟ ਇਜ਼ ਨੋਨ ਐਜ਼ ਗੋਲਡ ਲੋਕ ਜ਼ੋਨ ਪਲੈਨਟ, ਸੁਪਰ ਇੰਪੋਰਟੈਂਟ ਕੁਐਸਚਨ। ਕਿਹੜੇ ਗ੍ਰਹਿ ਨੂੰ ਗੋਲਡ ਲੋਕ ਜ਼ੋਨ ਪਲੈਨਟ ਵਜੋਂ ਜਾਣਿਆ ਜਾਂਦਾ ਹੈ? ਜਿਹੜੇ ਇੱਕ ਸਾਡੀ ਸੰਸਥਾ ਹੈ ਪੂਰੀ ਦੁਨੀਆ 'ਚ, ਠੀਕ ਹੈ, ਉਹ IAU ਬੋਲਦੇ ਨੇ, ਇੰਟਰਨੈਸ਼ਨਲ ਐਸਟਰੋਨੋਮਿਕਲ ਯੂਨਿਟ ਵਾਲਾ। ਠੀਕ ਹੈ, IAU ਇੱਕ ਸੰਸਥਾ ਹੈ ਪੂਰੀ ਦੁਨੀਆ 'ਚ। ਇਹ ਸੰਸਥਾ ਕਹਿੰਦੀ ਜੇ ਕਿਸੇ ਗ੍ਰਹਿ ਤੇ 3 ਚੀਜ਼ਾਂ ਹੋਣਗੀਆਂ, ਜੇ ਕਿਸੇ ਗ੍ਰਹਿ ਤੇ 3 ਚੀਜ਼ਾਂ, ਇੱਕ ਉਸ ਗ੍ਰਹਿ ਤੇ ਪਾਣੀ ਹੋਣਾ ਜ਼ਰੂਰੀ ਹੈ। ਜੇ ਉਸ ਗ੍ਰਹਿ ਤੇ ਪਾਣੀ ਹੋਊਗਾ ਤਾਂ ਉਸ ਗ੍ਰਹਿ ਤੇ ਲਾਈਫ ਯਾਨੀ ਕਿ ਜ਼ਿੰਦਗੀ ਹੋਊਗੀ। ਠੀਕ ਹੈ, ਪਾਣੀ ਹੋਣਾ ਜ਼ਰੂਰੀ ਹੈ, ਲਾਈਫ ਹੋਣੀ ਜ਼ਰੂਰੀ ਹੈ। ਤੀਜਾ, ਉਸ ਗ੍ਰਹਿ ਦੇ ਉੱਤੇ ਵਾਤਾਵਰਨ ਹੋਣਾ ਜ਼ਰੂਰੀ ਹੈ ਜਿਹੜਾ ਉੱਥੇ ਦੀ ਰਹਿ ਰਹੀ ਲਾਈਫ ਵਾਸਤੇ ਸੁਟੇਬਲ ਹੈ। ਉਦਾਹਰਨ ਦੇ ਤੌਰ ਤੇ ਧਰਤੀ ਤੇ ਪਾਣੀ ਹੈਗਾ, ਧਰਤੀ ਤੇ ਜ਼ਿੰਦਗੀ ਹੈਗੀ ਹੈ, ਤੁਸੀਂ ਤੇ ਮੈਂ ਕੀ ਆਪਾਂ ਲਾਈਫ ਹੀ ਆ, ਜ਼ਿੰਦਗੀ ਆ, ਹੈ ਨਾ। ਤੇ ਉਹਦੇ ਦਾ ਜਿਹੜਾ ਵਾਤਾਵਰਨ ਹੈ ਫਿਲਹਾਲ ਦੀ ਘੜੀ ਸਾਡੇ ਵਾਸਤੇ ਸੁਟੇਬਲ ਹੈ, ਚੰਗਾ ਹੈ। ਜਿੱਥੇ ਇਹ ਤਿੰਨੋਂ ਕੰਡੀਸ਼ਨਾਂ ਪਾਈ ਜਾਂਦੀਆਂ ਹਨ ਉਸ ਪਲੈਨਟ ਨੂੰ IAU ਵੱਲੋਂ, ਅੰਤਰਰਾਸ਼ਟਰੀ ਸੰਸਥਾ ਵੱਲੋਂ ਗੋਲਡ ਲੋਕ ਜ਼ੋਨ ਪਲੈਨਟ ਦਾ ਖਿਤਾਬ ਦਿੱਤਾ ਜਾਂਦਾ ਹੈ। ਤੇ ਇਹ ਤਿੰਨੋਂ ਕੰਡੀਸ਼ਨਾਂ ਵਰਤਮਾਨ ਦੇ ਵਿੱਚ ਸਿਰਫ ਔਰ ਸਿਰਫ ਧਰਤੀ ਕੋਲੇ ਨੇ, ਇਸ ਲਈ ਅਰਥ ਨੂੰ ਅਸੀਂ ਗੋਲਡ ਲੋਕ ਜ਼ੋਨ ਪਲੈਨਟ ਕਹਿੰਦੇ ਹਾਂ। ਆਈ ਹੋਪ ਇੰਨੀ ਕੁ ਗੱਲ ਤੁਹਾਨੂੰ ਕਲੀਅਰ ਹੋਗੀ ਬੱਚੋ। ਅਗਲਾ ਕੁਐਸਚਨ ਹੈ ਬੱਚੋ, ਵਿਚ ਪਲੈਨਟ ਇਜ਼ ਨੀਅਰੈਸਟ ਟੂ ਅਰਥ? ਕਿਹੜਾ ਗ੍ਰਹਿ ਹੈ ਜਿਹੜਾ ਧਰਤੀ ਦੇ ਸਭ ਤੋਂ ਨੇੜੇ ਹੈ? ਆਪਾਂ ਡਿਸਕਸ ਕਰ ਚੁੱਕੇ ਹਾਂ, ਵੀਨਸ। ਵਿਚ ਪਲੈਨਟ ਇਜ਼ ਨੋਨ ਐਜ਼ ਲੋਰਡ ਆਫ ਹੈਵਨ? ਸਵਰਗ ਦਾ ਦੇਵਤਾ ਕਿਹੜੇ ਗ੍ਰਹਿ ਨੂੰ ਕਿਹਾ ਗਿਆ? ਸਵਰਗ ਦਾ ਦੇਵਤਾ ਕਿਹੜੇ ਗ੍ਰਹਿ ਨੂੰ ਕਿਹਾ ਗਿਆ? ਹੁਣ ਮੇਰੀ ਗੱਲ ਧਿਆਨ ਨਾਲ ਸਮਝਿਓ। ਤੁਸੀਂ ਕਦੇ ਸੋਚਿਆ ਵੀ ਮਾਰਸ, ਮਰਕਰੀ, ਜੁਪੀਟਰ, ਅਰਥ, ਇਹ ਜਿਹੜੇ ਨਾਮ ਆਏ ਨੇ ਇਹ ਸਾਰੇ ਨਾਮ ਗ੍ਰੀਕ ਭਾਸ਼ਾ ਚੋਂ ਆਏ ਨੇ। ਕਿਹੜੀ ਭਾਸ਼ਾ ਚੋਂ ਆਏ ਨੇ? ਗ੍ਰੀਕ ਭਾਸ਼ਾ 'ਚ। ਗ੍ਰੀਕ ਭਾਸ਼ਾ ਦੇ ਵਿੱਚ ਹਰ ਇੱਕ ਚੀਜ਼ ਦਾ ਦੇਵੀ ਦੇਵਤਾ ਹੁੰਦਾ ਹੈ। ਉਸੇ ਤਰੀਕੇ ਦੇ ਨਾਲ ਗ੍ਰੀਕ ਭਾਸ਼ਾ 'ਚ ਜਿਹੜਾ ਸਵਰਗ ਦਾ ਦੇਵਤਾ ਹੁੰਦਾ ਹੈ ਉਹਨੂੰ ਜੁਪੀਟਰ ਕਿਹਾ ਜਾਂਦਾ ਹੈ। ਤਾਂ ਅਸਲ ਦੇ ਵਿੱਚ ਜੁਪੀਟਰ ਸ਼ਬਦ ਦਾ ਅਰਥ ਕੀ ਹੈ? ਲੋਰਡ ਆਫ ਹੈਵਨ ਯਾਨੀ ਕਿ ਸਵਰਗ ਦਾ ਦੇਵਤਾ। 22ਵਾਂ ਕੁਐਸਚਨ ਬੱਚੋ ਵੈਰੀ ਇੰਪੋਰਟੈਂਟ ਹੈ। ਮੈਂ ਆਪਦੀ ਸਪੀਡ ਨਾਲ ਅੱਗੇ ਵਧ ਰਿਹਾ, ਤੁਹਾਨੂੰ ਸਪੀਡ ਤੇਜ਼ ਲੱਗੇ ਸਟਾਪ ਕਰਕੇ ਆਪਦਾ ਦੇਖ ਲਵੋ। ਠੀਕ ਹੈ, ਸਭ ਤੋਂ ਵੱਡੀ ਸੈਟੇਲਾਈਟ ਕਿਹੜੀ ਹੈ? ਪਹਿਲਾ ਕੁਐਸਚਨ, ਸੈਟੇਲਾਈਟ ਕੀ ਹੁੰਦੀ ਹੈ? ਜਿਹੜੀ ਗ੍ਰਹਿਾਂ ਦੇ ਚਾਰੋਂ ਪਾਸੇ ਘੁੰਮਦੀ ਹੈ। ਯਾਦ ਰੱਖਣਾ, ਸਭ ਤੋਂ ਪਹਿਲਾ ਪਲੈਨਟ ਹੈ ਮਰਕਰੀ। ਮਰਕਰੀ 0 ਸੈਟੇਲਾਈਟ, ਮਰਕਰੀ ਦਾ ਕੋਈ ਉਪਗ੍ਰਹਿ ਨਹੀਂ। ਦੂਸਰਾ ਗ੍ਰਹਿ ਹੈ ਵੀਨਸ, ਵੀਨਸ 0 ਸੈਟੇਲਾਈਟ ਯਾਨੀ ਕਿ ਸ਼ੁੱਕਰ ਗ੍ਰਹਿ ਦਾ ਕੋਈ ਉਪਗ੍ਰਹਿ ਨਹੀਂ। ਤੀਸਰਾ ਗ੍ਰਹਿ ਹੈ ਮਾਰਸ। ਠੀਕ ਹੈ, ਤੀਸਰਾ ਗ੍ਰਹਿ ਕਿਹੜਾ ਹੈ? ਮਰਕਰੀ, ਵੀਨਸ। ਫਿਰ ਆ ਗਿਆ ਸਾਡੇ ਕੋਲੇ ਅਰਥ। ਅਰਥ ਦੀ ਸਿਰਫ ਇੱਕ ਸੈਟੇਲਾਈਟ ਹੈ ਜਿਹਨੂੰ ਤੁਸੀਂ ਕੀ ਕਹਿੰਦੇ ਹੋ? ਮੂਨ। ਮਾਰਸ ਦੀਆਂ 2 ਸੈਟੇਲਾਈਟ ਨੇ ਜਿਨ੍ਹਾਂ ਦਾ ਨਾਮ ਹੈ ਫੋਬੋਸ, ਫੋਬੋਸ ਐਂਡ ਡੀਮੋਸ, ਫੋਬੋਸ ਐਂਡ ਡੀਮੋਸ। ਫੋਬੋਸ ਐਂਡ ਡੀਮੋਸ 2 ਸੈਟੇਲਾਈਟਾਂ ਨੇ ਮਾਰਸ ਦੀਆਂ। ਠੀਕ ਹੈ, ਜਿੰਨੀਆਂ ਵੀ ਸੈਟੇਲਾਈਟਾਂ ਨੇ ਉਹ 'ਚ ਸਭ ਤੋਂ ਵੱਧ ਸੈਟੇਲਾਈਟਾਂ ਮੈਂ ਤੁਹਾਨੂੰ ਦੱਸਿਆ ਕਿਹੜੇ ਗ੍ਰਹਿ ਦੀਆਂ ਨੇ? ਸੈਟਰਨ ਦੀਆਂ। ਪਰ ਜੇ ਸਾਈਜ਼ ਦੇ ਅਕੋਰਡਿੰਗ ਦੇਖੀਏ, ਇੱਕ ਸੈਟੇਲਾਈਟ ਹੈ ਜਿਹਦਾ ਨਾਮ ਹੈ ਗੈਨੀਮੇਡ, ਉਪਗ੍ਰਹਿ ਹੈ ਗੈਨੀਮੇਡ। ਤੇ ਗੈਨੀਮੇਡ ਕਿਹੜੇ ਗ੍ਰਹਿ ਦਾ ਉਪਗ੍ਰਹਿ ਹੈ? ਜੁਪੀਟਰ ਦਾ। ਤਾਂ ਜਿੰਨੀਆਂ ਵੀ ਸਾਡੇ ਸੋਲਰ ਸਿਸਟਮ 'ਚ ਉਪਗ੍ਰਹਿ ਨੇ, ਗ੍ਰਹਿ ਨਹੀਂ ਉਪਗ੍ਰਹਿ ਨੇ, ਉਹਨਾਂ ਸਾਰੇ ਉਪਗ੍ਰਹਿਾਂ ਦੇ ਵਿੱਚੋਂ ਜੋ ਸਭ ਤੋਂ ਵੱਡਾ ਉਪਗ੍ਰਹਿ ਹੈ ਉਹਦਾ ਨਾਮ ਗੈਨੀਮੇਡ ਹੈ, ਜੋ ਕਿ ਜੁਪੀਟਰ ਗ੍ਰਹਿ ਦਾ ਉਪਗ੍ਰਹਿ ਹੈ। ਯਾਦ ਰੱਖਿਓ। ਕਹਿੰਦਾ ਜੀ ਸਭ ਤੋਂ ਛੋਟੀ ਸੈਟੇਲਾਈਟ ਕਿਹੜੀ ਹੈ? ਹੁਣੀ ਦੱਸਿਆ ਸੀ ਤੁਹਾਨੂੰ, ਡੀਮੋਸ। ਡੀਮੋਸ ਕਿਹੜੇ ਗ੍ਰਹਿ ਦੀ ਸੈਟੇਲਾਈਟ ਹੈ? ਮਾਰਸ। ਸਭ ਤੋਂ ਵੱਡੀ ਸੈਟੇਲਾਈਟ ਗੈਨੀਮੇਡ ਜੁਪੀਟਰ ਦੀ, ਸਭ ਤੋਂ ਛੋਟੀ ਸੈਟੇਲਾਈਟ ਡੀਮੋਸ ਕਿਹਦੀ? ਮਾਰਸ ਦੀ। ਕਿਹੜੇ ਗ੍ਰਹਿ ਨੂੰ ਸਵੇਰ ਅਤੇ ਸ਼ਾਮ ਦਾ ਤਾਰਾ, ਮਾਰਨਿੰਗ ਅਤੇ ਈਵਨਿੰਗ ਸਟਾਰ ਵੀ ਕਿਹਾ ਜਾਂਦਾ ਹੈ? ਦੇਖੋ, ਰਾਤ ਨੂੰ ਤਾਂ ਲਗਭਗ ਸਾਰੇ ਗ੍ਰਹਿ ਹੀ ਤੁਹਾਨੂੰ ਚਮਕਦੇ ਹੋਏ ਹੋ ਸਕਦਾ ਵੀ ਦਿਖ ਜਾਣ, ਲੇਕਿਨ ਇੱਕੋ ਹੀ ਗ੍ਰਹਿ ਇਹੋ ਜਿਹਾ ਕਿ ਜਿਹੜਾ ਇੰਨਾ ਚਮਕੀਲਾ ਹੈ ਕਿ ਧਰਤੀ ਤੋਂ ਸਵੇਰ ਦੇ ਟਾਈਮ, ਮਾਰਨਿੰਗ ਦੇ ਟਾਈਮ ਵੀ ਚਮਕਦਾ ਦਿਖਦਾ ਹੈ। ਉਹ ਕਿਹੜਾ ਹੈ? ਵੀਨਸ। ਇਸ ਲਈ ਵੀਨਸ ਨੂੰ ਸਵੇਰ ਅਤੇ ਸ਼ਾਮ ਦਾ ਤਾਰਾ ਵੀ ਕਿਹਾ ਜਾਂਦਾ ਹੈ। ਵਿਚ ਪਲੈਨਟ ਇਜ਼ ਨੋਨ ਐਜ਼ ਅਰਥ ਟਵਿਨ? ਅਰਥ ਦਾ ਜੁੜਵਾ ਕਿਹਨੂੰ ਕਿਹਾ ਗਿਆ? ਦੱਸ ਚੁੱਕਿਆ, ਵੀਨਸ। ਕਿਉਂ? ਕਿਉਂਕਿ ਅਰਥ ਦੀ ਅਗਰ ਗੁਣ ਦੇਖੇ ਜਾਣ, ਅਰਥ ਦੀ ਅਗਰ ਰਚਨਾ ਦੇਖੀ ਜਾਵੇ, ਅਰਥ ਦਾ ਅਗਰ ਸਾਈਜ਼ ਦੇਖਿਆ ਜਾਵੇ, ਅਰਥ ਦੀ ਅਗਰ ਪ੍ਰੋਪਰਟੀ ਦੇਖੀ ਜਾਵੇ, ਸਭ ਤੋਂ ਜ਼ਿਆਦਾ ਉਹ ਜਿਹੜੇ ਗ੍ਰਹਿ ਨੇ ਜਾਂ ਗੁਣ ਨੇ ਵੀਨਸ ਨਾਲ ਮਿਲਦੇ ਹਨ। ਠੀਕ ਹੈ, ਅਗਲਾ ਕੁਐਸਚਨ,
ਵਿਚ ਇਜ਼ ਦਾ ਨੀਅਰੈਸਟ ਸਟਾਰ ਟੂ ਆਵਰ ਸੋਲਰ ਸਿਸਟਮ। ਆਵਰ ਸੋਲਰ ਸਿਸਟਮ ਦਾ ਸਭ ਤੋਂ ਨੇੜਲਾ ਤਾਰਾ ਕਿਹੜਾ ਹੈ? ਸਭ ਤੋਂ ਪਹਿਲਾਂ ਤਾਂ ਬੱਚੋ ਸਟਾਰ ਹੁੰਦਾ ਕੀ ਹੈ? ਸਟਾਰ ਦੀ ਡੈਫੀਨੇਸ਼ਨ ਕੀ ਹੈ? ਵਿਚ ਹੈਜ਼ ਇਟਸ ਓਨ ਲਾਈਟ, ਜਿਹਦੇ ਕੋਲੇ ਆਪਦੀ ਨੈਚੁਰਲ ਰੋਸ਼ਨੀ ਹੈ ਉਹ ਤਾਰਾ ਕਹਿਲਾਂਦਾ ਹੈ। ਹੁਣ ਮੂਨ ਦੀ ਗੱਲ ਕਰੋ, ਮੂਨ ਯਾਨੀ ਕਿ ਚੰਦਰਮਾ ਰਾਤ ਨੂੰ ਚਮਕਦਾ ਹੋਇਆ ਦਿਖਦਾ ਹੈ ਕਿਉਂਕਿ ਇਹਦੇ ਉੱਤੇ ਸੂਰਜ ਦੀ ਰੋਸ਼ਨੀ ਪੈਂਦੀ ਹੈ। ਮੂਨ ਦੀ ਆਪਦੀ ਕੋਈ ਰੋਸ਼ਨੀ ਨਹੀਂ ਹੈਗੀ, ਇਸ ਲਈ ਮੂਨ ਤਾਰਾ ਨਹੀਂ ਹੈਗਾ। ਤਾਂ ਤਾਰਾ ਕੀ ਹੈ? ਜਿਹਦੇ ਅੰਦਰ ਖੁਦ ਇੱਕ ਨੈਚੁਰਲ ਕੈਮੀਕਲ ਰਿਐਕਸ਼ਨਸ ਹੋ ਰਹੀਆਂ ਨੇ ਤੇ ਉਹਦੇ ਅੰਦਰ ਆਪ ਹੀ ਰੋਸ਼ਨੀ ਪੈਦਾ ਹੋ ਰਹੀ ਹੈ, ਉਹਨੂੰ ਤਾਰਾ ਕਹਿੰਦੇ ਆ। ਤਾਂ ਇੱਕ ਗੱਲ ਕਲੀਅਰ ਹੋ ਗਈ, ਸਨ ਕੀ ਹੈ? ਸੂਰਜ ਇੱਕ ਕੀ ਹੈ? ਤਾਰਾ। ਤੇ ਇਹ ਹੈ ਜਿਹੜਾ ਸਾਡੀ ਧਰਤੀ ਦੇ ਸਭ ਤੋਂ ਨਜ਼ਦੀਕ ਵਾਲਾ ਤਾਰਾ ਹੈ। ਨੈਕਸਟ, ਠੀਕ ਹੈ, ਕਹਿੰਦਾ ਜੀ ਜੇ ਸੂਰਜ ਤੋਂ ਬਾਅਦ ਸਾਡੀ ਧਰਤੀ ਦੇ ਸਭ ਤੋਂ ਨੇੜੇ ਵਾਲਾ ਤਾਰਾ, ਯਾਨੀ ਕਿ ਕੁਐਸਚਨ 2 ਬਣ ਗਏ। ਪਹਿਲਾ, ਸਾਡੀ ਧਰਤੀ ਦੇ ਸਭ ਤੋਂ ਨੇੜੇ ਵਾਲਾ ਤਾਰਾ ਕਿਹੜਾ ਹੈ? ਸਾਡੀ ਧਰਤੀ ਦੇ ਸਭ ਤੋਂ ਨੇੜੇ ਵਾਲਾ ਤਾਰਾ ਸੂਰਜ ਹੈ। ਜੇ ਸੂਰਜ ਆਪਸ਼ਨ 'ਚ ਨਾ ਹੋਵੇ ਜਾਂ ਇਹ ਕਹਿ ਲਓ ਸੂਰਜ ਤੋਂ ਬਾਅਦ ਧਰਤੀ ਦੇ ਸਭ ਤੋਂ ਨੇੜੇ ਵਾਲਾ ਜਿਹੜਾ ਤਾਰਾ ਹੈ ਉਹਦਾ ਨਾਮ ਹੈ ਦੂਜੇ ਨੰਬਰ ਤੇ ਪ੍ਰੋਕਸੀਮਾ ਸੈਂਚੁਰੀ ਤੇ ਤੀਸਰੇ ਨੰਬਰ ਤੇ ਹੈ ਅਲਫਾ ਸੈਂਚੁਰੀ। ਇਹ ਤਿੰਨ ਤਾਰੇ ਯਾਦ ਰੱਖਣੇ ਨੇ। ਸਭ ਤੋਂ ਨੇੜਲਾ ਤਾਰਾ ਤਾਂ ਸੂਰਜ ਹੈ, ਸੂਰਜ ਤੋਂ ਬਾਅਦ ਸਭ ਤੋਂ ਨੇੜਲਾ ਤਾਰਾ ਕਿਹੜਾ ਹੈ? ਪ੍ਰੋਕਸੀਮਾ ਸੈਂਚੁਰੀ ਤੇ ਤੀਜੇ ਨੰਬਰ ਤੇ ਕਿਹੜਾ ਹੈ? ਅਲਫਾ ਸੈਂਚੁਰੀ। ਕੁਐਸਚਨ ਆਂਦਾ ਹੈ ਸੂਰਜ ਸਭ ਤੋਂ ਚਮਕੀਲਾ ਤਾਰਾ ਹੈ, ਕੋਈ ਡਾਊਟ ਨਹੀਂ। ਸੂਰਜ ਤੋਂ ਬਾਅਦ ਸਭ ਤੋਂ ਚਮਕੀਲਾ ਤਾਰਾ ਕਿਹੜਾ ਹੈ ਸਾਡੇ ਸੋਲਰ ਸਿਸਟਮ 'ਚ? ਉਹਨੂੰ ਸੀਰੀਅਸ ਜਾਂ ਡੌਗ ਸਟਾਰ ਬੋਲਦੇ ਨੇ, ਠੀਕ ਹੈ। ਸੂਰਜ ਸਭ ਤੋਂ ਨੇੜਲਾ ਵੀ ਹੈ, ਸੂਰਜ ਤੋਂ ਬਾਅਦ ਪੁੱਛਿਆ ਜਾਵੇ ਤਾਂ ਪ੍ਰੋਕਸੀਮਾ ਸੈਂਚੁਰੀ। ਸੂਰਜ ਸਭ ਤੋਂ ਚਮਕੀਲਾ ਵੀ ਹੈ ਸਾਡੇ ਸੋਲਰ ਸਿਸਟਮ 'ਚ। ਸੂਰਜ ਤੋਂ ਬਾਅਦ ਸਭ ਤੋਂ ਬ੍ਰਾਈਟ ਤਾਰਾ ਕਿਹੜਾ ਹੈ? ਸੀਰੀਅਸ ਜਾਂ ਫਿਰ ਜਿਹਨੂੰ ਅਸੀਂ ਡੌਗ ਸਟਾਰ ਜਾਂ ਸਾਇਰਸ ਲੋਕ ਆਪਦੀ ਪ੍ਰੋਨਾਂਸੀਏਸ਼ਨ ਨਾਲ ਬੋਲਦੇ ਹਨ, ਠੀਕ ਹੈ। ਆਈ ਹੋਪ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ, ਠੀਕ ਹੈ। ਅੱਜ ਆਪਾਂ ਪਹਿਲੇ 28 ਤੋਂ 30 ਕੁਐਸਚਨ ਕਰ ਲਏ। ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਕਮੈਂਟ ਬਾਕਸ 'ਚ ਆਪਦੀ ਫੀਡਬੈਕ ਦਿਓ ਤਾਂ ਕਿ ਮੈਨੂੰ ਮੋਟੀਵੇਸ਼ਨ ਮਿਲੇ, ਮੈਂ ਅਗਲੀ ਵੀਡੀਓ ਜਲਦੀ ਲੈ ਕੇ ਆ ਸਕਾਂ। ਥੈਂਕ ਯੂ ਸੋ ਮਚ।